हाँ जी, ਸਤਿ ਸ਼੍ਰੀ ਅਕਾਲ ਜੀ। ਵੈਲਕਮ ਹੈ ਅੱਜ ਦੀ ਇਸ ਲਾਈਵ ਵੀਡੀਓ ਦੇ ਵਿੱਚ। ਇਸ ਦੇ ਵਿੱਚ ਅਸੀਂ ਥੋੜ੍ਹੇ ਜਿਹੇ ਤੁਹਾਨੂੰ ਅਪਡੇਟ ਦੇਣਾ ਚਾਹੁੰਦੇ ਹਾਂ ਜੋ ਵੀ ਕਰੰਟਲੀ ਇਟਲੀ ਦੇ ਵਿੱਚ ਹੋ ਰਿਹਾ ਹੈ। ਸੋ ਜਿਵੇਂ ਤੁਹਾਨੂੰ ਪਤਾ ਹੈ ਪਿਛਲੇ 2 ਹਫ਼ਤਿਆਂ ਤੋਂ ਜਿਹੜੇ ਕੋਵਿਡ ਦੇ ਕੇਸਿਸ ਹੈ ਉਹ ਕਾਫੀ ਜ਼ਿਆਦਾ ਵੱਧ ਚੁੱਕੇ ਆ। ਸੋ ਇਹਨਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਆਊਟ ਆਫ ਕੰਟਰੋਲ ਹੈ। ਕੱਲ੍ਹ ਦੀ ਜਿਹੜੀ ਰਿਪੋਰਟ ਹੈ ਇਹਦੇ ਵਿੱਚ ਤੁਸੀਂ ਵੇਖਿਆ ਹੋਣਾ ਹੈ ਕਿ ਤਕਰੀਬਨ 29,000 ਤੋਂ ਜ਼ਿਆਦਾ ਫਿਰ ਕੇਸਿਸ ਹੋਏ ਨੇ ਅਤੇ ਗਵਰਨਮੈਂਟ ਨੇ ਆਲਰੇਡੀ ਕਿਹਾ ਹੋਇਆ ਸੀਗਾ ਕਿ ਸ਼ਾਇਦ ਲੋਕਡਾਊਨ ਕੀਤਾ ਜਾ ਸਕਦਾ ਹੈਗਾ। ਸੋ ਜਿਹੜੀ ਅੱਜ ਦੀ ਪਾਰਲੀਮੈਂਟ ਦੇ ਵਿੱਚ ਮੀਟਿੰਗ ਹੋਈ ਹੈ, ਪ੍ਰਾਈਮ ਮਿਨਿਸਟਰ ਨੇ ਔਰ ਪਾਰਲੀਮੈਂਟ ਨੇ ਕੁਝ ਡਿਸੀਜ਼ਨਸ ਲਏ ਹੋਏ ਨੇ ਜਿਹੜੇ ਕੱਲ੍ਹ ਤੋਂ ਐਕਚੁਅਲੀ ਸਾਨੂੰ ਆਫੀਸ਼ੀਅਲੀ ਪਤਾ ਚੱਲੇਗਾ ਕਿ ਕਿਹੜਾ ਕਿਸ ਤਰੀਕੇ ਦਾ ਲੋਕਡਾਊਨ ਕੀਤਾ ਜਾਏਗਾ। ਜਿਹੜੇ ਮੇਨ ਪੁਆਇੰਟਸ ਕਲੀਅਰ ਹੈ ਜੋ ਕਿ ਡੈਫੀਨੇਟਲੀ ਹੋਣਗੇ ਉਹ ਇਹ ਹੈ ਕਿ ਸਾਰੀ ਇਟਲੀ ਦੇ ਵਿੱਚ ਜਿੰਨੇ ਵੀ ਸ਼ਾਪਿੰਗ ਸੈਂਟਰਸ ਹੈ, ਸੋ ਜਿੰਨੇ ਵੀ ਵੱਡੀਆਂ ਮਾਰਕੀਟਸ ਨੇ ਉਹ ਵੀਕਐਂਡਸ ਦੇ ਵਿੱਚ ਬੰਦ ਰਹਿਣਗੀਆਂ। ਜੋ ਵੀ ਮਿਊਜ਼ੀਅਮਸ ਔਰ ਜੋ ਵੀ ਐਕਸੀਬਿਸ਼ਨ ਸੀਗੀਆਂ, ਫੀਅਰੇ ਸੀਗੇ, ਉਹ ਸਾਰੇ ਬੰਦ ਕੀਤੇ ਜਾਣਗੇ। ਜਿਹੜੀ ਪਬਲਿਕ ਟਰਾਂਸਪੋਰਟੇਸ਼ਨ ਹੈ, ਸੋ ਚਾਹੇ ਬੱਸਾਂ ਹੈ ਚਾਹੇ ਟ੍ਰੇਨ ਹੈ, ਉਹਨਾਂ ਦੇ ਵਿੱਚ ਜਿਹੜੀ ਕਪੈਸਿਟੀ ਆ ਉਹ 50% ਤੱਕ ਰਿਡਿਊਸ ਕੀਤੀ ਜਾਵੇਗੀ। ਅਤੇ ਦੂਸਰੀ ਚੀਜ਼ ਜਿਹੜੀ ਕਾਫੀ ਇੰਪੋਰਟੈਂਟ ਹੈ, ਜਿਸ ਹਿਸਾਬ ਨਾਲ ਤੁਸੀਂ ਵੇਖਿਆ ਹੋਏਗਾ ਜਿਹੜੇ ਕੋਵਿਡ ਦੇ ਕੇਸਿਸ ਹੈ ਕੁਝ ਰਿਜੋਨੇ ਵਿੱਚ ਕੁਝ ਸਟੇਟਸ ਵਿੱਚ ਜ਼ਿਆਦਾ ਨੇ ਔਰ ਕੁਝ ਕੇਸਿਸ ਘੱਟ ਨੇ ਦੂਸਰੀਆਂ ਸਟੇਟਸ ਵਿੱਚ। ਸੋ ਇਸ ਕਰਕੇ ਗਵਰਨਮੈਂਟ ਨੇ ਇਹ ਡਿਸਾਈਡ ਕੀਤਾ ਹੈ ਕਿ ਲੋਕਲ ਲਾਕਡਾਊਨਸ ਕੀਤੇ ਜਾਣਗੇ ਔਰ ਇੱਕ ਰੇਜੋਨੇ ਤੋਂ ਦੂਸਰੇ ਰੇਜੋਨੇ ਜਾਣ ਵਾਸਤੇ ਲਿਮਿਟੇਸ਼ਨਸ ਕੀਤੀਆਂ ਜਾਣਗੀਆਂ। ਸੋ ਐਗਜ਼ੈਂਪਲ ਕਰਦੇ ਹਾਂ ਜਿਵੇਂ ਮਿਲਾਨੋ ਔਰ ਲੰਬਰਦੀਆ ਦਾ ਕੇਸ ਜਿਸ 'ਤੇ ਕਾਫੀ ਜ਼ਿਆਦਾ ਕੇਸਿਸ ਹੋਏ ਨੇ ਕੋਵਿਡ ਦੇ। ਉਮੀਦ ਹੈ ਕਿ ਇਸ ਸਟੇਟ ਨੂੰ ਬੰਦ ਕੀਤਾ ਜਾਵੇਗਾ ਔਰ ਇਸ ਸਟੇਟ ਦੇ ਵਿੱਚ ਸਿਰਫ ਤਾਂ ਹੀ ਤੁਸੀਂ ਐਂਟਰ ਕਰ ਸਕਦੇ ਹੈਗੇ ਆ ਜੇਕਰ ਤੁਹਾਡੇ ਕੋਲ ਕੋਈ ਵੈਲਿਡ ਰੀਜ਼ਨ ਹੈ, ਜਿਵੇਂ ਹੈਲਥ ਦਾ ਰੀਜ਼ਨ, ਕੰਮ ਦਾ ਰੀਜ਼ਨ ਜਾਂ ਸਟੱਡੀ ਰਿਲੇਟਡ ਰੀਜ਼ਨ ਹੈਗਾ। ਸੋ ਇਸ ਤਰ੍ਹਾਂ ਦੇ ਇਸ ਤਰੀਕੇ ਦਾ ਲੋਕਡਾਊਨ ਲਾਗੂ ਕੀਤਾ ਜਾਵੇਗਾ ਜਿਸ ਦੇ ਵਿੱਚ ਜਿਹੜੇ ਏਰੀਏ ਜ਼ਿਆਦਾ ਹਿੱਟ ਹੋਏ ਨੇ ਉਹਨਾਂ ਦੇ ਵਿੱਚ ਜਾਣ ਵਾਸਤੇ ਜਾਂ ਉਹਨਾਂ ਤੋਂ ਬਾਹਰ ਆਉਣ ਵਾਸਤੇ ਕੋਈ ਸਪੈਸ਼ਲ ਰਿਕੁਆਇਰਮੈਂਟਸ ਦੀ ਜ਼ਰੂਰਤ ਹੋਵੇਗੀ। ਇਹ ਹਜੇ ਜਿਹੜੀ ਚੀਜ਼ ਹੈ ਪੂਰੀ ਤਰੀਕੇ ਨਾਲ ਕੰਫਰਮ ਨਹੀਂ ਹੋਈ ਹੈਗੀ। ਇਸ ਦੇ ਬਾਰੇ ਸਾਨੂੰ ਕੱਲ੍ਹ ਨੂੰ ਪਤਾ ਚੱਲੇਗਾ ਜਦੋਂ ਜਿਹੜੀ ਡਿਕਰੇਟ ਹੈ ਅਪਰੂਵ ਹੋ ਕੇ ਆਊਗੀ। ਇਸ ਤੋਂ ਬਾਅਦ ਜਿਹੜੀ ਦੂਸਰੀ ਔਰ ਇੰਪੋਰਟੈਂਟ ਨੋਟਿਸ ਹੈ ਕਿ ਜਿੰਨੇ ਵੀ ਸੈਕੰਡਰੀ ਸਕੂਲਸ ਹੈ, ਸੋ 7ਵੀਂ 8ਵੀਂ ਤੋਂ ਜਿੰਨੇ ਵੀ ਸਾਰੇ ਸਟੂਡੈਂਟਸ ਹੈ ਉਹਨਾਂ ਦੇ ਵਾਸਤੇ ਕੰਪਲਸਰੀ ਕੀਤਾ ਜਾਵੇਗਾ ਕਿ ਉਹ ਘਰੋਂ ਹੀ ਔਨਲਾਈਨ ਹੀ ਸਟੱਡੀ ਕਰਨਗੇ। ਸੋ ਇਸੇ ਵਾਸਤੇ ਤੁਹਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਇਨਫੋਰਮੇਸ਼ਨ ਕੱਲ੍ਹ ਨੂੰ ਹੀ ਦਿੱਤੀ ਜਾਵੇਗੀ ਕਿ 7ਵੀਂ 8ਵੀਂ ਤੋਂ ਵੱਡੀਆਂ ਜਿਹੜੀਆਂ ਕਲਾਸਿਸ ਹੈ ਉਹਨਾਂ ਦੇ ਵਿੱਚ ਜਿਹੜੀ ਸਟੱਡੀ ਆ ਉਹ ਔਨਲਾਈਨ ਕੀਤੀ ਜਾਵੇਗੀ। ਕੁਝ ਕੇਸਿਸ ਦੇ ਵਿੱਚ ਕੁਝ ਸਟੇਟਸ ਦੇ ਵਿੱਚ ਜਿਵੇਂ ਲੰਬਰਦੀਆ ਦੇ ਵਿੱਚ ਪਿਛਲੇ ਹਫ਼ਤੇ ਤੋਂ ਹੀ ਇਹ ਲਾਗੂ ਕੀਤਾ ਗਿਆ ਸੀਗਾ, ਹੁਣ ਇਹ ਨੈਸ਼ਨਲ ਹੋ ਜਾਏਗਾ। ਅਤੇ ਇਹ ਸੀਗੀਆਂ ਮਤਲਬ ਅਪਡੇਟ ਕੋਵਿਡ ਬਾਰੇ। ਜੇ ਸਿਚੁਏਸ਼ਨ ਨਾ ਕੰਟਰੋਲ ਵਿੱਚ ਹੋਵੇ ਤਾਂ ਜਿਸ ਤਰ੍ਹਾਂ ਦਾ ਮਾਰਚ ਵਿੱਚ ਲੋਕਡਾਊਨ ਕੀਤਾ ਸੀਗਾ ਉਸ ਤਰੀਕੇ ਦਾ ਵੀ ਕੀਤਾ ਜਾ ਸਕਦਾ ਹੈਗਾ ਔਰ ਇਹਦੇ ਵਾਸਤੇ ਬਹੁਤੀ ਵੇਟ ਨਹੀਂ ਕੀਤੀ ਜਾਵੇਗੀ। ਸੋ ਜੇਕਰ ਨੰਬਰ ਅੰਡਰ ਕੰਟਰੋਲ ਵਿੱਚ ਨਹੀਂ ਆਏ ਇਸ ਹਫ਼ਤੇ ਦੇ ਵਿੱਚ ਤਾਂ ਡੈਫੀਨੇਟਲੀ ਮੇਜਰ ਔਰ ਜ਼ਿਆਦਾ ਸਟ੍ਰਿਕਟ ਤਰੀਕੇ ਦਾ ਲੋਕਡਾਊਨ ਕੀਤਾ ਜਾਵੇਗਾ। ਔਰ ਸਭ ਨੂੰ ਰਿਕੁਐਸਟ ਕੀਤੀ ਜਾਂਦੀ ਹੈ ਕਿ ਅਨਨੈਸੈਸਰੀ ਰੀਜ਼ਨ ਤੋਂ ਬਾਹਰ ਨਾ ਜਾਇਆ ਜਾਵੇ। ਸਿਰਫ ਔਰ ਸਿਰਫ ਜਿਹੜੇ ਤੁਹਾਡੇ ਕੰਮ ਦੇ ਰਿਲੇਟਡ, ਹੈਲਥ ਦੇ ਰਿਲੇਟਡ ਔਰ ਉਸ ਦੇ ਵਾਸਤੇ ਹੀ ਬਾਹਰ ਜਾਇਆ ਜਾਵੇ। ਬਹੁਤੀ ਗੈਦਰਿੰਗ ਜਾਂ ਕਿਸੇ ਨੂੰ ਮਿਲਣਾ ਬਿਨਾਂ ਰੀਜ਼ਨ ਤੋਂ ਰੈਕਮੈਂਡ ਨਹੀਂ ਕੀਤਾ ਜਾਂਦਾ ਹੈਗਾ। ਸੋ ਇਹ ਸਾਰੀਆਂ ਐਡਵਾਈਸਿਸ ਹੈ ਜਿਹੜੀਆਂ ਇੱਥੇ ਦੀ ਗਵਰਨਮੈਂਟ ਸਭ ਨੂੰ ਦੇ ਰਹੀ ਹੈਗੀ ਆ ਅਤੇ ਇਸ ਦੇ ਵਿੱਚ ਹੀ ਮਤਲਬ ਸਾਰਿਆਂ ਦਾ ਫਾਇਦਾ ਵੀ ਹੈਗਾ ਕਿਉਂਕਿ ਅਸੀਂ ਇਸ ਪੈਂਡੈਮਿਕ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਸਿਰਫ ਸਾਨੂੰ ਇਹ 3 ਮਹੀਨੇ ਦੀ ਰਾਹਤ ਮਿਲੀ ਸੀਗੀ ਗਰਮੀਆਂ ਦੇ ਵਿੱਚ ਕਿ ਸ਼ਾਇਦ ਇਹ ਜਿਹੜੀ ਕ੍ਰਾਈਸਿਸ ਹੈ ਖ਼ਤਮ ਹੋ ਜਾਏਗੀ, ਪਰ ਲੱਗਦਾ ਨਹੀਂ ਹੈ ਕਿ ਹਜੇ ਵੀ ਅਸੀਂ ਇਸ ਤੋਂ ਬਾਹਰ ਆ ਪਾਵਾਂਗੇ ਇੰਨੀ ਸੌਖੇ ਤਰੀਕੇ ਦੇ ਨਾਲ। ਸੋ ਜਿਹੜੀ ਸਟੱਡੀ ਹੈ ਜਿਸ ਤਰ੍ਹਾਂ ਤੁਹਾਨੂੰ ਸਭ ਨੂੰ ਪਤਾ ਹੈ ਸਾਰਿਆਂ ਦੇ ਵਾਸਤੇ ਔਨਲਾਈਨ ਹੀ ਹੁੰਦੀ ਹੈ। ਸੋ
ਯੂਨੀਵਰਸਿਟੀ ਲੈਵਲ ਤੱਕ ਸਾਰੇ ਸਟੂਡੈਂਟਸ ਔਨਲਾਈਨ ਹੀ ਪੜ੍ਹ ਰਹੇ ਨੇ। ਐਗਜ਼ਾਮ ਦੀ ਗੱਲ ਕੀਤੀ ਜਾਂਦੀ ਹੈ, ਐਗਜ਼ਾਮ ਵਾਸਤੇ ਜਿਹੜਾ ਲਾਇਸੈਂਸ ਦਾ ਐਗਜ਼ਾਮ ਹੈ, ਥਿਊਰੀ ਦਾ ਐਗਜ਼ਾਮ ਪਿਛਲੀ ਡਿਕਰੇਟੋ ਦੇ ਮੁਤਾਬਿਕ ਜਿਹੜੀ ਮਤਲਬ ਪਿਛਲੇ ਹਫ਼ਤੇ ਹੀ ਪਬਲਿਸ਼ ਕੀਤੀ ਗਈ ਸੀ, ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਜਿਹੜੇ ਥਿਊਰੀ ਦੇ ਐਗਜ਼ਾਮਸ ਹੈ ਉਹ ਹੋਣਗੇ, ਜਿਹੜੇ ਪ੍ਰੈਕਟੀਕਲ ਐਗਜ਼ਾਮਸ ਹੈ ਉਹਨਾਂ ਨੂੰ ਮਤਲਬ ਬੰਦ ਕੀਤਾ ਜਾ ਸਕਦਾ ਹੈਗਾ ਜੇ ਸਿਚੁਏਸ਼ਨ ਜ਼ਿਆਦਾ ਖ਼ਰਾਬ ਹੁੰਦੀ ਦਿਸੇ। ਅਤੇ ਸੋ ਹੁਣ ਦੇ ਮਤਲਬ ਇਹਦੇ ਵਾਸਤੇ ਹਜੇ ਕੁਝ ਕਲੀਅਰ ਨਹੀਂ ਕੀਤਾ ਗਿਆ ਹੈਗਾ ਕਰੰਟਲੀ, ਪਰ ਪਿਛਲੇ ਹਫ਼ਤੇ ਦਾ ਜਿਹੜਾ ਡਿਕਰੇਟੋ ਸੀ ਉਹਦੇ ਵਿੱਚ ਇਹ ਦੱਸਿਆ ਸੀ ਕਿ ਥਿਊਰੀ ਦੇ ਐਗਜ਼ਾਮਸ ਹੋਣਗੇ, ਜਿਹੜੇ ਪ੍ਰਾਕਟਿਕਾ ਦੇ ਐਗਜ਼ਾਮਸ ਹੈ ਜੇ ਸਿਚੁਏਸ਼ਨ ਜ਼ਿਆਦਾ ਖ਼ਰਾਬ ਹੋਈ ਉਹਨਾਂ ਨੂੰ ਬੰਦ ਕੀਤਾ ਜਾ ਸਕਦਾ ਹੈਗਾ। ਸੋ ਇਹ ਜਿਹੜੀ ਲਾਇਸੈਂਸ ਵਾਸਤੇ ਅਪਡੇਟ ਹੈ। ਕਾਰਤਾ ਦੀ ਸੋਜੋਰਨੋ ਦੇ ਜਿਹੜੇ ਐਗਜ਼ਾਮਸ ਹੈ ਇਹਨਾਂ ਦੀਆਂ ਸੈਪਟੈਂਬਰ ਤੋਂ ਦੁਬਾਰਾ ਤੋਂ ਜਿਹੜੇ ਸੈਸ਼ਨ ਸੀਗੇ ਸਾਰੇ ਸਟਾਰਟ ਹੋ ਚੁੱਕੇ ਸੀ। ਸੋ ਇਸ ਦੇ ਵਿੱਚ ਐਗਜ਼ਾਮ ਦੀਆਂ ਡੇਟਸ ਜਿਹੜੀਆਂ ਸੀ ਉਹ ਆ ਚੁੱਕੀਆਂ ਸੀਗੀਆਂ, ਪਰ ਫਿਰ ਵੀ ਜੇ ਤੁਸੀਂ ਜ਼ਿਆਦਾ ਇਨਫੋਰਮੇਸ਼ਨ ਲੈਣਾ ਚਾਹੁੰਦੇ ਆ ਤੁਹਾਨੂੰ ਆਪਣੇ ਪ੍ਰੀਫੈਕਚਰਾਂ ਨੂੰ ਕੰਟੈਕਟ ਕਰਨਾ ਚਾਹੀਦਾ ਹੈਗਾ। ਸੋ ਪ੍ਰੀਫੈਕਚਰਾਂ ਨੂੰ ਤੁਸੀਂ ਈਮੇਲ ਲਿਖ ਸਕਦੇ ਹੈਗੇ ਆ ਔਰ ਉਹਦੇ ਵਿੱਚ ਤੁਸੀਂ ਪੁੱਛ ਸਕਦੇ ਹੈਗੇ ਕਿ ਜਿਹੜੀ ਨੈਕਸਟ ਡੇਟ ਹੈ ਉਹ ਕਿਦੋਂ ਹੋਵੇਗੀ ਔਰ ਤੁਸੀਂ ਉਸ ਦੇ ਅਕੋਰਡਿੰਗ ਆਪਣੀ ਬੁਕਿੰਗ ਕਰ ਸਕਦੇ ਹੈਗੇ ਆ। ਅਤੇ BUNO ਦੇ ਜਿਹੜੇ ਐਗਜ਼ਾਮਸ ਹੈ ਜਿੱਦਾਂ ਤੁਹਾਨੂੰ ਪਤਾ ਸੀਗਾ ਕਿ ਜੂਨ, ਜੁਲਾਈ ਔਰ ਸੈਪਟੈਂਬਰ ਦੇ ਵਿੱਚ ਜਿਹੜਾ BUNO ਦਾ ਸੈਸ਼ਨ ਸੀ, ਕੋਵਿਡ ਕਰਕੇ ਇਹਦੇ ਵਿੱਚ ਜਿਹੜੇ ਐਗਜ਼ਾਮ ਸੀਗੇ ਓਰਲ ਕੀਤੇ ਗਏ ਸੀਗੇ। ਕਰੰਟਲੀ ਹਜੇ ਇਹ ਨਹੀਂ ਕੀਤਾ ਗਿਆ ਹੈਗਾ, ਉਮੀਦ ਹੈ ਕਿ ਇਸ ਤਰ੍ਹਾਂ ਕੀਤਾ ਜਾ ਸਕਦਾ ਹੈਗਾ। ਸੋ ਅਸੀਂ ਵੀ ਇਸ ਦੇ ਉੱਪਰ ਕਾਫੀ ਜ਼ਿਆਦਾ ਫੋਲੋ ਕਰ ਰਹੇ ਹੈਗੇ ਆ ਕਿ ਜਿਹੜਾ ਦਸੰਬਰ ਜਾਂ ਜਨਵਰੀ ਜਾਂ ਫੈਬਰੂਰੀ ਦੇ ਜਿਹੜੇ ਸੈਸ਼ਨਸ ਹੋਣਗੇ ਉਹਨਾਂ ਦੇ ਵਿੱਚ ਮਤਲਬ BUNO ਦਾ ਜਿਹੜਾ ਐਗਜ਼ਾਮ ਹੈ ਸਿਰਫ ਔਰ ਸਿਰਫ ਓਰਾਲੀ ਕੀਤਾ ਜਾ ਸਕਦਾ ਹੈਗਾ, ਪਰ ਹਜੇ ਇਹਦੇ ਵਾਸਤੇ ਕੋਈ ਆਫੀਸ਼ੀਅਲ ਕਮਿਊਨੀਕੇਸ਼ਨ ਨਹੀਂ ਆਈ ਹੈਗੀ। ਆਫੀਸ਼ੀਅਲ ਕਮਿਊਨੀਕੇਸ਼ਨ ਦੇ ਵਿੱਚ ਇਹੀ ਦੱਸਿਆ ਗਿਆ ਸੀਗਾ ਕਿ ਜਿਹੜੇ ਸਿਰਫ ਐਗਜ਼ਾਮ ਜੂਨ, ਜੁਲਾਈ ਔਰ ਸੈਪਟੈਂਬਰ ਵਿੱਚ ਸੀਗੇ ਉਹਨਾਂ ਦੇ ਵਿੱਚ ਜਿਹੜੀ ਪੋਸੀਬਿਲਿਟੀ ਦਿੱਤੀ ਜਾਂਦੀ ਸੀਗੀ ਕਿ ਸਟੂਡੈਂਟਸ ਸਿਰਫ ਔਰ ਸਿਰਫ ਇੱਕੋ ਹੀ ਟਾਸਕ ਮਤਲਬ ਓਰਲ ਵਿੱਚ ਸਿਰਫ ਬੋਲ ਕੇ ਹੀ ਆਪਣਾ ਐਗਜ਼ਾਮ ਕਲੀਅਰ ਕਰ ਸਕਦੇ ਸੀਗੇ। ਇਸ ਦੇ ਵਾਸਤੇ ਦਾ ਮਤਲਬ ਇਹ ਨਹੀਂ ਹੈ ਕਿ ਸਿਰਫ ਜੇਕਰ ਓਰਲ ਐਗਜ਼ਾਮ ਹੈ ਅਸੀਂ ਇਹਨੂੰ ਮਤਲਬ ਬਿਨਾਂ ਸਟੱਡੀ ਕੀਤੇ ਪਾਸ ਕਰ ਸਕਦੇ ਹੈਗੇ ਆ, ਇਸ ਤਰ੍ਹਾਂ ਨਹੀਂ ਹੈਗਾ। ਤਿਆਰੀ ਫਿਰ ਵੀ ਕਰਨੀ ਜ਼ਰੂਰੀ ਹੁੰਦੀ, ਬੋਲਣਾ ਫਿਰ ਵੀ ਆਉਣਾ ਚਾਹੀਦਾ ਹੈਗਾ। ਸੋ ਤੁਸੀਂ ਇਸ ਨਿਊਜ਼ ਨੂੰ ਫੋਲੋ ਕਰਦੇ ਰਹਿਣਾ ਜੇਕਰ ਤੁਸੀਂ BUNO ਦਾ ਐਗਜ਼ਾਮ ਦੇਣਾ ਚਾਹੁੰਦੇ ਹੈਗੇ, ਕਿਉਂਕਿ ਤੁਸੀਂ ਪਾਸਪੋਰਟ ਅਪਲਾਈ ਕਰਨਾ ਹੈ ਨੈਕਸਟ ਈਅਰ। ਅਤੇ ਜ਼ਰੂਰ ਇਸ ਚੀਜ਼ 'ਤੇ ਗੌਰ ਕਰਨਾ ਕਿਉਂਕਿ ਹੋ ਸਕਦਾ ਕਿ ਤੁਹਾਡੇ ਫਾਇਦੇ ਹੋ ਸਕਦਾ, ਅਦਰਵਾਈਜ਼ ਜਿੱਦਾਂ ਤੁਹਾਨੂੰ ਪਤਾ ਹੈ BUNO ਦਾ ਐਗਜ਼ਾਮ ਇਹਦੇ ਵਿੱਚ ਰਿਟਨ, ਰੀਡਿੰਗ, ਲਿਸਨਿੰਗ ਔਰ ਸਪੀਕਿੰਗ ਦਾ ਐਗਜ਼ਾਮ ਹੁੰਦਾ, ਪਰ ਇਸ ਕੋਵਿਡ ਦੀ ਸਿਚੁਏਸ਼ਨ ਵਿੱਚ ਸ਼ਾਇਦ ਮਤਲਬ ਅਸੀਂ ਸ਼ੋਰ ਨਹੀਂ ਹੈਗੇ ਫਿਰ ਦੁਬਾਰਾ ਤੋਂ ਓਰਲ ਕੀਤਾ ਜਾ ਸਕਦਾ ਹੈਗਾ ਇਸ ਸਪੈਸ਼ਲ ਕੇਸ ਵਾਸਤੇ। ਜਿਹੜੇ ਸਾਡੇ ਕੋਰਸਿਸ ਜਿਸ ਤਰ੍ਹਾਂ ਅਸੀਂ ਪਹਿਲਾਂ ਪਬਲਿਸ਼ ਕੀਤਾ ਸੀਗਾ, ਸਾਡੀਆਂ ਜਿਹੜੀਆਂ ਸਾਰੀਆਂ ਕਲਾਸਿਸ ਔਨਲਾਈਨ ਹੀ ਚੱਲਦੀਆਂ ਨੇ, ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਹੈਗੀ, ਤੁਸੀਂ ਆਪਣੇ ਘਰ ਤੋਂ ਹੀ ਪੜ੍ਹ ਸਕਦੇ ਹੈਗੇ ਆ। ਔਰ ਇਹ ਜਿਹੜੀਆਂ ਕਲਾਸਿਸ ਹੈ ਸਕਾਈਪ ਦੇ ਥਰੂ ਕੀਤੀਆਂ ਜਾਂਦੀਆਂ ਨੇ। ਸੋ ਜਿੰਨੇ ਵੀ ਸਟੂਡੈਂਟਸ ਕਰੰਟਲੀ ਪੜ੍ਹ ਰਹੇ ਨੇ ਉਹ ਸਕਾਈਪ ਤੋਂ ਆਪਣੇ ਘਰ ਤੋਂ ਹੀ ਪੜ੍ਹ ਰਹੇ ਨੇ। ਸੋ ਲਾਇਸੈਂਸ B ਦੀ ਗੱਲ ਕਰਦੇ ਹਾਂ, ਲਾਇਸੈਂਸ B ਦਾ ਜਿਹੜਾ ਕੋਰਸ ਹੈ ਤਕਰੀਬਨ 3.5 ਮਹੀਨੇ ਦਾ ਕੋਰਸ ਹੈ ਔਰ ਇਹਦੇ ਵਿੱਚ ਜਿਹੜੀ ਕਲਾਸ ਹੈ 3 ਵਾਰ ਹਫ਼ਤੇ 'ਚ ਹੁੰਦੀ ਹੈ, ਸੋਮਵਾਰ, ਮੰਗਲਵਾਰ ਔਰ ਵੀਰਵਾਰ। ਔਰ ਇਹਦੀ ਟਾਈਮਿੰਗ ਹੈ 8 ਤੋਂ 9 ਸ਼ਾਮ ਦੀ ਟਾਈਮਿੰਗ ਹੈ। ਸਵੇਰ ਦੀਆਂ ਕਲਾਸਿਸ ਨਹੀਂ ਨੇ, ਸਿਰਫ ਔਰ ਸਿਰਫ ਸ਼ਾਮ ਦੀਆਂ ਕਲਾਸਿਸ ਨੇ। ਔਰ ਇਹਦੇ ਵਿੱਚ ਸਾਰੀ ਥਿਊਰੀ ਜਿਹੜੀ ਔਰ ਕੁਇਜ਼ ਆ ਉਹ ਤੁਹਾਨੂੰ ਸਮਝਾਏ ਔਰ ਸਿਖਾਏ ਜਾਂਦੇ ਹੈਗੇ ਔਰ ਪਲੱਸ ਤੁਹਾਡੀ ਪ੍ਰੈਕਟਿਸ ਵਾਸਤੇ ਮਲਟੀ ਕੁਇਜ਼ ਐਪ ਨਾਲ ਦਿੱਤੀ ਜਾਂਦੀ ਹੈ। ਔਰ ਔਨਲਾਈਨ ਜਿਹੜੇ ਕੋਰਸਿਸ ਹੈ ਜਿਹੜੇ ਜੇ ਤੁਸੀਂ ਕੋਈ ਕਲਾਸ ਮਿਸ ਕਰਦੇ ਹੋ ਤੁਸੀਂ ਉੱਥੇ ਜਾ ਕੇ ਦੁਬਾਰਾ ਤੋਂ ਦੇਖ ਸਕਦੇ ਹੈਗੇ ਆ। ਜੇ ਤੁਸੀਂ ਮਤਲਬ ਕੋਈ ਇੱਕ ਅੱਧੀ ਕਲਾਸ ਮਿਸ ਕਰ ਗਏ ਹੋ ਤਾਂ ਪਿੱਛੇ ਸਾਡਾ ਔਨਲਾਈਨ ਵੈਬਸਾਈਟ ਜਿਹੜਾ ਉਹਨੂੰ ਯੂਜ਼ ਕਰ ਸਕਦੇ ਹਾਂ। ਇਸ ਦੇ ਵਾਸਤੇ ਤੁਸੀਂ ਸਾਡਾ ਹਜੇ ਜਿਹੜਾ ਕੋਰਸ ਹੈ ਜੁਆਇਨ ਕਰ ਸਕਦੇ ਹਾਂ। ਹਜੇ ਸਿਰਫ ਔਰ ਸਿਰਫ ਅਸੀਂ ਸੈਕਿੰਡ ਚੈਪਟਰ 'ਤੇ ਹੀ ਪਹੁੰਚੇ ਹਾਂ। ਜਿਹੜਾ ਫਸਟ ਚੈਪਟਰ ਜੇ ਤੁਸੀਂ ਮਿਸ ਕੀਤਾ ਉਹਨੂੰ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਸਾਡੇ ਨਾਲ ਉਹਨੂੰ ਰਿਕਵਰ ਕਰ ਸਕਦੇ ਹੈਗੇ ਆ। ਦੂਸਰੀ ਜਿਹੜੀ ਡਿਮਾਂਡ ਹੈ ਕਾਫੀ ਜ਼ਿਆਦਾ ਕੋਰਸਿਸ ਦੀ ਉਹ ਹੈ ਲੈਂਗੁਏਜ ਕੋਰਸ। ਸੋ ਜਿਹੜਾ ਲੈਂਗੁਏਜ ਕੋਰਸ ਹੈ ਵੀ 2 ਮਹੀਨੇ ਦਾ ਕੋਰਸ ਹੈ। ਇਹਦੀ ਕਲਾਸ 2 ਵਾਰ ਹਫ਼ਤੇ 'ਚ ਹੁੰਦੀ ਹੈ ਸੇਮ ਟਾਈਮ 'ਤੇ। ਜਿਹੜੇ ਦਿਨ ਆ ਉਹ ਅਸੀਂ ਤੁਸੀਂ ਸਾਨੂੰ ਡਿਸਾਈਡ ਕਰ ਸਕਦੇ ਹਾਂ, ਪਰ ਨੋਰਮਲੀ ਬੁੱਧਵਾਰ ਔਰ ਸ਼ੁੱਕਰਵਾਰ ਹੁੰਦਾ ਕਹਿੰਦੀ ਵੈਨਸਡੇ ਔਰ ਫਰਾਈਡੇ ਕਲਾਸ ਹੁੰਦੀ ਹੈ। ਇਹ ਵੀ ਟਾਈਮ ਸੇਮ ਹੈ 8 to 9 ਔਰ ਇਹਦੇ ਵਿੱਚ ਕੀ ਸਿਖਾਇਆ ਜਾਂਦਾ ਹੈਗਾ ਲਿਸਨਿੰਗ, ਰੀਡਿੰਗ
ਔਰ ਰਾਈਟਿੰਗ। ਜ਼ਿਆਦਾ ਸਟੂਡੈਂਟਸ ਨੂੰ ਜਦੋਂ ਆ ਦੂਏ ਦਾ ਐਗਜ਼ਾਮ ਕਰਦੇ ਆ ਉਹਨਾਂ ਨੂੰ ਰਾਈਟਿੰਗ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਕਿ ਉਹਨਾਂ ਨੂੰ ਲਿਖਣਾ ਨਹੀਂ ਆਉਂਦਾ ਹੈਗਾ। ਬਾਕੀ ਸਾਰੇ ਪਾਰਟਸ ਨੋਰਮਲੀ ਈਜ਼ਲੀ ਕਵਰ ਕਰ ਜਾਂਦੇ ਆ, ਸਿਰਫ ਜਿਹੜਾ ਰਾਈਟਿੰਗ ਵਾਲਾ ਪਾਰਟ ਆ ਉਹ ਮਿਸਿੰਗ ਹੁੰਦਾ ਹੈ। ਮਿਸਿੰਗ ਕਿਉਂ ਹੁੰਦਾ? ਕਿਉਂਕਿ ਸਾਡੇ ਕੋਲ ਜਿਹੜਾ ਗ੍ਰਾਮਰ ਦਾ ਬੇਸ ਆ ਉਹ ਨਹੀਂ ਹੁੰਦਾ। ਵਰਬਸ ਕਿਸ ਤਰੀਕੇ ਨਾਲ ਕੋਨਜੂਗੇਟ ਕੀਤੀਆਂ ਜਾਂਦੀਆਂ ਨੇ ਔਰ ਜਿਹੜੀ ਸੈਂਟੈਂਸ ਹੈ ਇਸਦਾ ਕੀ ਸਟਰਕਚਰ ਹੈ, ਇਹ ਕਿਸ ਤਰੀਕੇ ਨਾਲ ਕੀਤਾ ਜਾਂਦਾ ਹੈਗਾ, ਇਹਦੇ ਬਾਰੇ ਨਹੀਂ ਪਤਾ ਹੁੰਦਾ ਹੈਗਾ। ਸੋ ਇਸ ਕਰਕੇ ਆ ਦੂਏ ਦਾ ਐਗਜ਼ਾਮ ਜਿਹੜਾ ਪਾਸ ਨਹੀਂ ਕਰ ਪਾਉਂਦੇ ਹੈਗੇ। ਆ ਦੂਏ ਔਰ ਬੀ ਯੂਨੋ ਕਿਹਨੂੰ ਚਾਹੀਦਾ ਹੈਗਾ? ਆ ਦੂਏ ਸਾਰਿਆਂ ਨੂੰ ਚਾਹੀਦਾ ਜਿਨ੍ਹਾਂ ਨੇ ਕਾਰਤਾ ਦੀ ਸੋਜੋਰਨੋ ਅਪਲਾਈ ਕਰਨੀ ਹੈ, quindi permesso di soggiorno lungo periodo ਅਪਲਾਈ ਕਰਨੀ ਹੈ ਔਰ 5 ਸਾਲ ਰੈਗੂਲਰਲੀ ਇਟਲੀ ਦੇ ਵਿੱਚ ਰਹਿਣ ਤੋਂ ਬਾਅਦ ਉਹਨਾਂ ਦੇ ਵਾਸਤੇ ਕੰਪਲਸਰੀ ਹੈ। ਔਰ ਇਸ ਤੋਂ ਬਾਅਦ ਜੇ ਤੁਸੀਂ cittadinanza ਅਪਲਾਈ ਕਰ ਰਹੇ ਹੈਗੇ ਆ 10 ਸਾਲ ਕਿਉਂਕਿ ਤੁਹਾਡੇ ਹੋ ਚੁੱਕੇ ਆ, ਕਿਉਂਕਿ ਤੁਸੀਂ per residenza ਅਪਲਾਈ ਕਰ ਰਹੇ ਹੋ, ਫਿਰ ਉਸ ਕੇਸ ਦੇ ਵਿੱਚ ਤੁਹਾਨੂੰ ਬੀ ਯੂਨੋ ਦੀ ਹਜੇ ਜ਼ਰੂਰਤ ਨਹੀਂ ਹੈਗੀ। ਸਿਰਫ ਔਰ ਸਿਰਫ ਤੁਸੀਂ ਆ ਦੂਏ ਦਾ ਜਿਹੜਾ ਐਗਜ਼ਾਮ ਪਾਸ ਕੀਤਾ ਹੈ ਉਹਦੇ ਨਾਲ ਤੁਸੀਂ ਆਪਣੀ cittadinanza ਦਾ ਜਿਹੜਾ ਪ੍ਰੋਸੈਸ ਹੈ ਉਹਨੂੰ ਤੁਸੀਂ ਕਲੀਅਰ ਕਰ ਸਕਦੇ ਹੈਗੇ ਆ। ਬੀ ਯੂਨੋ ਕਿਹਨੂੰ ਚਾਹੀਦਾ? ਬੀ ਯੂਨੋ ਸਾਰਿਆਂ ਨੂੰ ਚਾਹੀਦਾ ਹੈ ਜਿਨ੍ਹਾਂ ਦੇ ਕੋਲ permesso di soggiorno lungo termine UE ਨਹੀਂ ਹੈਗੀ। ਅਸੀਂ ਇਹ ਕਈ ਵਾਰ ਦੱਸ ਚੁੱਕੇ ਹੈਗੇ, ਪਰ ਫਿਰ ਵੀ ਮਤਲਬ ਇਹ ਇਨਫੋਰਮੇਸ਼ਨ ਦੇ ਉੱਪਰ ਹਜੇ ਵੀ ਕਾਫੀ ਜ਼ਿਆਦਾ ਕਨਫਿਊਜ਼ਨ ਹੈ। ਸੋ ਜਿਨ੍ਹਾਂ ਦੇ ਕੋਲ ਇਹ ਵਾਲੀ ਸੋਜੋਰਨੋ ਨਹੀਂ ਹੈਗੀ ਔਰ ਜਿਨ੍ਹਾਂ ਨੇ ਦੁਮਾਂਦਾ cittadinanza ਦਾ per matrimonio ਕਰਨਾ ਹੈ। ਸੋ ਜਿਹਨੇ ਕਿਸੇ ਨੇ per matrimonio ਅਪਲਾਈ ਕਰਨਾ ਹੈ ਕਿਉਂਕਿ ਤੁਹਾਡੇ ਹਸਬੈਂਡ ਜਾਂ ਵਾਈਫ ਦੇ ਕੋਲ ਆਲਰੇਡੀ ਇਟਾਲੀਅਨ ਪਾਸਪੋਰਟ ਹੈ, ਉਸ ਕੇਸ ਦੇ ਵਿੱਚ ਇਹ ਕਾਊਂਟ ਨਹੀਂ ਕੀਤਾ ਜਾਂਦਾ ਕਿ ਤੁਸੀਂ ਆ ਦੂਏ ਕਰ ਚੁੱਕੇ ਹੋ ਜਾਂ ਨਹੀਂ ਕੀਤਾ ਹੈਗਾ। ਉਸ ਕੇਸ ਦੇ ਵਿੱਚ ਕੰਪਲਸਰੀ ਹੈ ਕਿ ਤੁਸੀਂ ਬੀ ਯੂਨੋ ਨਾਲ ਕਰੋ। ਇਸ ਦੇ ਉੱਪਰ ਔਰ cittadinanza ਦੇ ਜਿੰਨੇ ਵੀ ਦੁਮਾਂਦੇ ਹੈ ਕਾਫੀ ਜ਼ਿਆਦਾ ਸਟ੍ਰਿਕਟਲੀ ਮਤਲਬ ਪ੍ਰੋਸੈਸ ਕੀਤਾ ਜਾਂਦਾ ਹੈਗਾ। ਅਤੇ ਇਸ ਕਰਕੇ ਜੋ ਵੀ ਡਾਕੂਮੈਂਟਸ ਨਾਲ ਤੁਸੀਂ ਅਟੈਚ ਕਰਨੇ ਹੁੰਦੇ ਆ ਉਹਨਾਂ ਨੂੰ ਸਹੀ ਰੂਲ ਦੇ ਅਕੋਰਡਿੰਗ ਅਟੈਚ ਕਰੋ। ਕੋਈ ਵੀ ਤੁਹਾਡਾ ਰੈਜ਼ੀਡੈਂਸ ਵਾਸਤੇ ਜੇ ਤੁਸੀਂ ਅਪਲਾਈ ਕਰ ਰਹੇ ਹੋ ਉਹਦੇ ਵਿੱਚ ਪੂਰੇ ਦਿਨ ਕੈਲਕੂਲੇਟ ਕਰੋ ਕਿ ਤੁਸੀਂ ਪੂਰੇ 10 ਸਾਲ ਰਹੇ ਨੇ, ਤੁਹਾਡਾ ਰੈਦੀ ਤੋਂ ਪੂਰਾ ਹੈ। ਕਿਉਂਕਿ ਅਸੀਂ ਇਸ ਤਰ੍ਹਾਂ ਦੇ ਵੀ ਕੇਸਿਸ ਦੇਖੇ ਆ ਜਿਹਦੇ ਵਿੱਚ ਜਿਹੜਾ cittadinanza ਦਾ ਦਮਾਂਦਾ ਹੈ ਉਹ ਰਿਫਿਊਜ਼ ਕੀਤਾ ਜਾਂਦਾ ਕਿਉਂਕਿ ਉਹਨਾਂ ਦਾ ਜਿਹੜਾ ਰੈਦੀ ਤੋਂ ਹੈ 100 ਯੂਰੋ ਘੱਟ ਸੀ। ਸੋ 100 ਯੂਰੋ ਵਾਸਤੇ ਵੀ ਤੁਹਾਡਾ cittadinanza ਜਿਹੜਾ ਹੈ ਉਹ ਰਿਫਿਊਜ਼ ਕੀਤਾ ਜਾਂਦਾ ਹੈਗਾ। ਸੋ ਜੋ ਵੀ ਪੈਰਾਮੀਟਰਸ ਹੈ ਉਹਨਾਂ ਨੂੰ ਚੰਗੀ ਤਰੀਕੇ ਨਾਲ ਫੋਲੋ ਕਰੋ ਕਿਉਂਕਿ ਤੁਹਾਡਾ ਟਾਈਮ ਔਰ ਜਿਹੜੇ ਪੈਸੇ ਆ ਉਹ ਵੇਸਟ ਨਾ ਹੋਣ। ਆਖਰੀ ਪੁਆਇੰਟ ਕਿ cittadinanza ਦਾ ਵੇਟਿੰਗ ਟਾਈਮ 3 ਸਾਲ ਹੈ ਜਾਂ 4 ਸਾਲ ਹੈ। ਇਸੇ ਵਾਸਤੇ ਵੀ ਅਸੀਂ 2 ਹਫ਼ਤੇ ਪਹਿਲਾਂ ਵੀਡੀਓ ਰਿਲੀਜ਼ ਕੀਤੀ ਸੀਗੀ ਕਿ ਜਿਹੜੀਆਂ ਹੁਣ ਤੋਂ ਐਪਲੀਕੇਸ਼ਨ ਤੁਸੀਂ ਸਬਮਿਟ ਕਰੋਗੇ ਉਹਨਾਂ ਦੀ ਜਿਹੜੀ ਟਾਈਮਿੰਗ ਹੈ ਉਹ 3 ਸਾਲ ਹੈ। ਲੈਂਗੁਏਜ ਰਿਕੁਆਇਰਮੈਂਟਸ 'ਤੇ ਕੋਈ ਵੀ ਚੇਂਜ ਨਹੀਂ ਕੀਤਾ ਗਿਆ ਹੈਗਾ। ਸਿਰਫ ਔਰ ਸਿਰਫ ਜਿਹੜੀਆਂ ਹੁਣ ਤੋਂ ਐਪਲੀਕੇਸ਼ਨਸ ਹੋਣਗੀਆਂ ਉਹਨਾਂ ਦੀ ਵੇਟਿੰਗ ਟਾਈਮ 3 ਸਾਲ ਹੈ। ਜਿਨ੍ਹਾਂ ਨੇ cittadinanza ਦਾ ਨੁਮਾਇੰਦਾ ਅੱਜ ਤੋਂ ਪਹਿਲਾਂ ਜਾਂ 21 ਅਕਤੂਬਰ ਤੋਂ ਪਹਿਲਾਂ ਕੀਤਾ ਹੈ ਉਹਨਾਂ ਦੀ ਟਾਈਮਿੰਗ ਵੇਟਿੰਗ ਟਾਈਮ 4 ਸਾਲ ਹੈ, ਪ੍ਰੋਸੈਸਿੰਗ ਟਾਈਮ 4 ਸਾਲ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ 4 ਸਾਲ ਹੀ ਲੱਗਣਗੇ, ਕਈਆਂ ਦੇ ਪਹਿਲਾਂ ਆ ਜਾਂਦੇ ਆ, ਕਈਆਂ ਦੇ ਥੋੜ੍ਹੇ ਵੇਟ ਕਰਦੇ, ਪਰ ਜ਼ਰੂਰੀ ਹੈ ਕਿ ਆਪਣਾ ਜਿਹੜਾ ਪ੍ਰਾਥਿਕਾ ਉਹਨੂੰ ਚੰਗੇ ਤਰੀਕੇ ਨਾਲ ਫੋਲੋ ਕੀਤਾ ਜਾਵੇ। ਸੋ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਇਨਫੋਰਮੇਸ਼ਨ। ਜੇ ਤੁਹਾਨੂੰ ਵੀਡੀਓ ਇੰਟਰਸਟਿੰਗ ਔਰ ਇਨਫੋਰਮੇਟਿਵ ਲੱਗੀ ਜ਼ਰੂਰ ਤੁਸੀਂ ਇਸ ਨੂੰ ਸ਼ੇਅਰ ਕਰਨਾ, ਸਾਡੇ ਪੇਜ ਨੂੰ ਲਾਈਕ ਕਰਨਾ ਔਰ YouTube ਚੈਨਲ 'ਤੇ ਵੀ ਜਾ ਕੇ ਤੁਸੀਂ ਇਹ ਸਾਰੀਆਂ ਚੀਜ਼ਾਂ ਫਾਈਂਡ ਕਰ ਸਕਦੇ ਆ। ਉਸ ਦੇ ਉੱਪਰ ਇਹ ਸਾਰੀਆਂ ਵੀਡੀਓਜ਼ ਹੈ। ਬੁਕਿੰਗ ਵਾਸਤੇ ਜੇ ਤੁਸੀਂ ਕਲਾਸਿਸ ਜੁਆਇਨ ਕਰਨ ਦਾ ਸੋਚ ਰਹੇ ਹੋ ਕਿਉਂਕਿ ਲੋਕਡਾਊਨ ਹੋਣ 'ਤੇ ਜਾ ਰਿਹਾ ਹੈ, ਤੁਸੀਂ ਫਿਰ ਵੀ ਆਪਣੀ ਪੜ੍ਹਾਈ ਨੂੰ ਅੱਗੇ ਕਰਨਾ ਚਾਹੁੰਦੇ ਹੈਗੇ ਆ, ਤੁਸੀਂ ਸਾਡੇ ਦਿੱਤੇ ਹੋਏ ਫ਼ੋਨ ਨੰਬਰ 'ਤੇ ਉੱਤੇ ਮੈਸੇਜ ਕਰਕੇ ਕਾਲ ਕਰ ਮਤਲਬ ਕਿ ਇਨਫੋਰਮੇਸ਼ਨ ਲੈ ਸਕਦੇ ਹਾਂ। ਕਾਲ ਕਰਨੇ ਦਾ ਜਿਹੜਾ ਟਾਈਮ ਹੈ ਸਾਡਾ ਦੁਪਹਿਰ ਦਾ ਹੁੰਦਾ 3:30 ਤੋਂ 6:30 ਕਿਉਂਕਿ ਇਸੇ ਹੀ ਟਾਈਮ ਦੇ ਵਿੱਚ ਅਸੀਂ ਕਲਾਸਿਸ ਦੇ ਵਿੱਚ ਨਹੀਂ ਹੁੰਦੇ ਹੈਗੇ। ਬਾਕੀ ਟਾਈਮ 'ਤੇ ਜੇ ਕਾਲ ਕਰੋਗੇ ਤਾਂ ਨਾਲ ਮੈਸੇਜ ਕਰ ਦਿਆ ਕਰੋ ਔਰ ਅਸੀਂ ਕਾਲ ਬੈਕ ਕਰਾਂਗੇ। ਸੋ ਇੱਕ ਛੋਟੀ ਜਿਹੀ ਬੇਨਤੀ ਹੈਗੀ ਹੈ ਕਿ ਫ਼ੋਨ ਜੇ ਕਰਨਾ ਹੈ ਤਾਂ ਦੁਪਹਿਰ ਦੇ ਟਾਈਮ ਸੋਮਵਾਰ ਤੋਂ ਸ਼ੁੱਕਰਵਾਰ, ਅਦਰਵਾਈਜ਼ ਤੁਸੀਂ ਮੈਸੇਜ ਕਿਸੇ ਵੀ ਟਾਈਮ ਕਰ ਸਕਦੇ ਹੋ ਅਤੇ ਉੱਤੇ ਤੁਹਾਨੂੰ ਰਿਪਲਾਈ ਮਿਲ ਜਾਏਗਾ ਜਲਦੀ ਤੋਂ ਜਲਦੀ। ਇਹ ਸੀਗੀ ਸਾਡੀ ਅੱਜ ਦੀ ਵੀਡੀਓ। ਅਸੀਂ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ। ਉਦੋਂ ਤੱਕ ਆਪਣਾ ਖਿਆਲ ਔਰ ਧਿਆਨ ਜ਼ਰੂਰ ਰੱਖਣਾ ਔਰ ਜਿਹੜੇ ਰੂਲਸ ਦਿੱਤੇ ਜਾਣਗੇ ਉਹਨਾਂ ਨੂੰ ਫੋਲੋ ਕਰਿਓ ਡੈਫੀਨੇਟਲੀ। ਔਰ ਮਾਸਕ ਬਾਹਰ ਪਾ ਕੇ ਹੀ ਜਾਣ ਦੀ ਜਿੱਦਾਂ ਸਾਨੂੰ ਇਜਾਜ਼ਤ ਹੈ
ਸੋ ਇਹ ਸਾਰੀਆਂ ਚੀਜ਼ਾਂ ਪਲੀਜ਼ ਫੋਲੋ ਕਰਨਾ ਆਪਣੀ ਔਰ ਆਪਣੀ ਫੈਮਿਲੀ ਦੀ ਸੇਫਟੀ ਵਾਸਤੇ। ਧੰਨਵਾਦ ਜੀ।